ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਕੀ ਸਰਨੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਕੀ ਸਰਨੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਆਰਾਧੋ। ਗੁਰ ਪੂਰੇ ਕੀ ਸਰਨਾਈ, ਰਹਾਉ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ। ਸੋਈ ਪੂਰਨ ਭਾਈ, ਨਾਨਕ ਕੀ ਬੇਨੰਤੀ ਪ੍ਰਭ ਜੀ। ਨਾਮ ਰਹਾ ਲਿਵ ਲਾਈ, ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ। ਸੋਈ ਪੂਰਨ ਭਾਈ, ਨਾਨਕ ਕੀ ਬੇਨੰਤੀ ਪ੍ਰਭ ਜੀ। ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕਰਕੇ ਜੋ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਉਪਦੇਸ਼ ਹੁਕਮਨਾਮਾ ਸਾਹਿਬ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਬਖਸ਼ਿਸ਼ ਕੀਤਾ। ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਅਸੀਂ ਸਾਰੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠੇ ਹਾਂ। ਦੇਸ਼ਾਂ ਵਿਦੇਸ਼ਾਂ ਵਿੱਚ ਸੁਰਤ ਜੋੜ ਕੇ ਗੁਰੂ ਕੀਆਂ ਸੰਗਤਾਂ ਗੁਰੂ ਸ਼ਬਦ ਦੇ ਨਾਲ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਸਾਧ ਸੰਗਤ, ਸਤਿਗੁਰੂ ਆਪ ਕਿਰਪਾ ਕਰਨ, ਤਰਸ ਕਰਨ, ਗੁਰੂ ਸ਼ਬਦ ਦੀ ਵਿਚਾਰ ਦੀ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ। ਇਹ ਮੇਰੇ ਵੱਲੋਂ ਅਰਦਾਸ ਹੈ। ਇਹ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ, ਆਪ ਤਰਸ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਓ। ਮਹਾਰਾਜ ਅੱਜ ਦੇ ਸ਼ਬਦ ਦੀ ਵਿਚਾਰ ਕਰਨ ਦੀ ਸੁਮੱਤ ਬਖਸ਼ਣ ਤੇ ਸਾਰਿਆਂ ਦੀ ਮਨ ਬਿਰਤੀ ਦੀ ਇਕਾਗਰਤਾ ਬਖਸ਼ਿਸ਼ ਕਰਨ। ਤੁਸੀਂ ਸੰਜੋਗ ਕਰੋ,
ਜਿਤਨੇ ਵੀ ਬੈਠੇ ਹੋ ਰਸਨਾ ਨੂੰ ਪਵਿੱਤਰ ਕਰਦਿਆਂ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਵਿੱਚ ਪੰਜਵੇਂ ਗੁਰਦੇਵ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰਬਾਣੀ ਜੀ ਦੇ ਬੋਹਿਥ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜੂਰ ਦੀ ਰਸਨਾ ਤੋਂ ਉਚਾਰਨ ਹੋਇਆ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਹੈ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸਰਨੀ ਪਾਈਐ। ਸਾਧ ਸੰਗਤ ਜਿਤਨੇ ਵੀ ਸੁੱਖ ਹਨ, ਜਿਨ੍ਹਾਂ ਸੁੱਖਾਂ ਦੀ ਕਦਰ ਸਾਡੇ ਮਨ ਨੂੰ ਵੀ ਨਹੀਂ ਹੈ, ਸਾਰਿਆਂ ਸੁੱਖਾਂ ਦਾ ਦਾਤਾ ਮੇਰਾ ਸਤਿਗੁਰੂ ਹੈ। ਮਨ ਕੁਝ ਗਿਣੇ ਮਿੱਥੇ ਸੁੱਖ ਜਿਹੜੇ ਹਨ ਉਹ ਮੰਗਦਾ ਹੈ। ਜਿਹੜੇ ਵਾਹਿਗੁਰੂ ਨੇ ਸੁੱਖ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਕਦਰ ਨਹੀਂ ਕਰਦਾ, ਪਰ ਸਾਰਿਆਂ ਸੁੱਖਾਂ ਦਾ ਦਾਤਾ ਸਤਿਗੁਰੂ ਹੈ, ਮੇਰਾ ਗੁਰੂ ਹੈ। ਸਾਧ ਸੰਗਤ ਪਰਮਾਤਮਾ ਸਾਡਾ ਸਾਰਿਆਂ ਦਾ ਮੂਲ ਹੈ ਤੇ ਸਤਿਗੁਰੂ ਪਰਮਾਤਮਾ ਦਾ ਸਵਰੂਪ ਹੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਮਾਤਾ ਵਿਰਾਈ ਦੇ ਘਰ ਵਿੱਚ ਜਦੋਂ ਪ੍ਰਗਟ ਹੁੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕਰਦੇ, ਮਹਾਰਾਜ ਆਪ ਸਤਿਗੁਰੂ ਏ, ਆਪ ਜੀ ਕਿਰਪਾ ਕਰੋ, ਸੰਗਤ ਨੂੰ ਉਪਦੇਸ਼ ਦਿਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮਿਹਰ ਦੇ ਘਰ ਵਿੱਚ ਆ ਕੇ ਜਿਹੜਾ ਉਪਦੇਸ਼ ਦਿੱਤਾ ਹੈ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ। ਮਹਾਰਾਜ ਨੇ ਉੱਤਮ ਸਿੱਖਿਆ ਇਹ ਦਿੱਤੀ ਹੈ, ਜਿਸ ਦਾ ਪਰਮਾਤਮਾ ਸਵਰੂਪ ਖੁਦ ਪਰਮਾਤਮਾ ਗੁਰੂ ਨਾਨਕ ਹੋਵੇ, ਉਹਨਾਂ ਨੂੰ ਕਿਸੇ ਹੋਰ ਦੇ ਉਪਦੇਸ਼ ਦੀ ਲੋੜ ਨਹੀਂ ਹੈ। ਗੁਰੂ ਨਾਨਕ ਅਝੁੱਕ ਹੈ, ਗੁਰੂ ਨਾਨਕ ਅਡੋਲ ਹੈ, ਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਹੈ ਉਹ ਵੀ ਅਝੁੱਕ ਹੈ ਤੇ ਅਡੋਲ ਹੈ। ਸਿੱਖ ਆਪਣੇ ਮੂਲ ਸਰੂਪ ਗੁਰੂ ਸ਼ਬਦ ਦੇ ਨਾਲ ਜੁੜਦਾ ਹੈ। ਜੇ ਅਸੀਂ ਸ਼ਬਦ ਤੋਂ ਟੁੱਟ ਕੇ ਦੁਨੀਆ ਦੇ ਸੁੱਖਾਂ ਵਾਲੇ ਪਾਸੇ, ਕੁਝ ਗਿਣੇ ਮਿੱਥੇ ਸੁੱਖਾਂ ਵਾਲੇ ਪਾਸੇ ਧਿਆਨ ਲਾਵਾਂਗੇ, ਉਹਨਾਂ ਵਿੱਚ ਸਾਨੂੰ ਆਤਮਿਕ ਸੁੱਖ ਕਦੇ ਵੀ ਪ੍ਰਾਪਤ ਨਹੀਂ ਹੋਵੇਗਾ। ਫਰਜ਼ ਕੀਤਿਆਂ ਅਸੀਂ ਨਿਤਨੇਮ ਨਹੀਂ ਕਰਦੇ। ਜੇ ਕੋਈ ਗੁਰਮੁਖ ਪਿਆਰਾ ਨਿਤਨੇਮ ਕਰਨ ਵਾਸਤੇ ਸਾਨੂੰ ਕਹਿੰਦਾ ਹੈ, ਨਿਤਨੇਮ ਸਾਡਾ ਮੂਲ ਹੈ, ਗੁਰਬਾਣੀ ਸਾਡਾ ਮੂਲ ਹੈ, ਤੇ ਅਸੀਂ ਉਸ ਨੂੰ ਕਹਿੰਦੇ ਹਾਂ ਵੀ ਅਜੇ ਸਾਡਾ ਸਮਾਂ ਨਹੀਂ, ਟਾਈਮ ਹੀ ਨਹੀਂ ਲੱਗਦਾ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬੜਨ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਸਾਡਾ ਕਿਉਂ ਨਹੀਂ ਸਮਾਂ ਲੱਗਦਾ ਨਿਤਨੇਮ ਕਰਨ ਵਾਸਤੇ? ਕਿਉਂਕਿ ਸਾਡਾ ਦਿਨ ਰਾਤ ਧਨ ਪਦਾਰਥ ਦੇ ਪਿੱਛੇ ਦੌੜ ਲੱਗੀ ਹੋਈ ਹੈ। ਅਸੀਂ ਇਹ ਮਿੱਥ ਲਿਆ ਵੀ ਸਾਰੇ ਸੁੱਖ ਜਿਹੜੇ ਹਨ ਉਹ ਧਨ ਵਿੱਚ ਹਨ, ਉਹ ਪਦਾਰਥਾਂ ਵਿੱਚ ਹਨ। ਤੇ ਗੁਰਬਾਣੀ ਨੇ ਦੱਸ ਦਿੱਤਾ, ਸੁਖ ਨਾਹੀਂ ਬਹੁਤੇ ਧਨ ਖਾਟੇ। ਕਈ ਵਾਰ ਬੰਦਾ ਆਪਣੇ ਜੀਵਨ ਦੀ ਹਿਸਟਰੀ ਦੱਸਦਾ ਹੈ ਕਿ ਮੈਂ ਬਚਪਨ ਤੋਂ ਜਵਾਨੀ ਵਿੱਚ ਆਇਆ ਤੇ ਥੋੜੇ ਥੋੜੇ ਪੈਸਿਆਂ ਤੋਂ ਮੈਂ ਸ਼ੁਰੂ ਕੀਤਾ, ਅੱਜ ਮੈਂ ਲੱਖਪਤੀ ਕਰੋੜਪਤੀ ਬਣ ਗਿਆ। ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਆਪਣੇ ਮੂਲ ਸਰੂਪ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ,
ਤੇ ਫਿਰ ਨਤੀਜਾ ਕੀ ਨਿਕਲੇਗਾ ਸਾਧ ਸੰਗਤ? ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਹੀਂ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੀ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਧਨ ਪਦਾਰਥਾਂ ਦੇ ਮਗਰ ਲੱਗ ਕੇ ਮੂਲ ਰੂਪ ਵਾਹਿਗੁਰੂ ਤੋਂ ਟੁੱਟ ਕੇ ਇਹ ਜਿੰਨੇ ਵੀ ਯਤਨ ਕਰੇਗਾ, ਇਹ ਵਿਕਾਰਾਂ ਦੇ ਕਰੇਗਾ, ਇਹ ਗਲਤ ਖਾਣ ਦੇ ਕਰੇਗਾ, ਗਲਤ ਬੋਲਣ ਦੇ ਕਰੇਗਾ, ਗਲਤ ਵਰਤੋਂ ਵਿਹਾਰ ਕਰਨ ਦੇ ਕਰੇਗਾ। ਕੌਡੀ ਤੋਂ ਸ਼ੁਰੂ ਕੀਤੀ ਕਰੋੜਾਪਤੀ ਬਣ ਗਿਆ। ਬਾਬਾ ਕਬੀਰ ਸਾਹਿਬ ਦੇ ਬਚਨ ਹਨ, ਕਬੀਰ ਕੌਡੀ ਕੌਡੀ ਜੋਰ ਕੈ, ਜੋਰੈ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਕੌਡੀ ਤੋਂ ਸ਼ੁਰੂਆਤ ਕੀਤੀ, ਦੂਜਿਆਂ ਦੀ ਮਿਹਨਤ ਵੀ ਕੁੱਟੀ, ਦੂਜਿਆਂ ਦਾ ਹੱਕ ਵੀ ਮਾਰਿਆ, ਲੱਖਾਂ ਕਰੋੜਾਂ ਜੋੜ ਲਏ ਸਾਧ ਸੰਗਤ। ਪਰ ਜਦੋਂ ਸੰਸਾਰ ਤੋਂ ਚੱਲਣ ਲੱਗਾ ਤੇ ਜਿਹੜੀ ਵਾਂਸਲੀ ਬੱਧੀ ਹੋਈ ਸੀ ਨਾ, ਉਦੋਂ ਬੈਂਕ ਨਹੀਂ ਸਨ ਹੁੰਦੇ, ਕੋਲ ਹੀ ਪੈਸੇ ਰੱਖਦੇ ਸਨ। ਤੇ ਜਿਹੜੇ ਮਗਰ ਪਰਿਵਾਰ ਸੀ ਉਹਨਾਂ ਨੇ ਆਖਿਆ ਬਾਕੀ ਸਾਰਾ ਕੁਝ ਇਹਦਾ ਫੂਕ ਦਿਓ, ਪਰ ਆਹ ਜਿਹੜੀ ਮਾਇਆ ਹੈ ਇਹਨੂੰ ਅਸੀਂ ਸਾਂਭ ਕੇ ਰੱਖਾਂਗੇ। ਹੁਣ ਉਹਦੇ ਨਾਲ ਇਹ ਕਾਨਾ ਨਾ ਗਿਆ ਜੀ। ਫਿਰ ਧਨ ਵਿੱਚ ਸੁੱਖ ਤੇ ਨਾਣਾ ਹੋਇਆ ਸਾਧ ਸੰਗਤ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋ ਰਹਿ ਪਰੈ ਪਰੈ ਹੀ ਕੋ ਲੁੱਜੀ ਹੈ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਨਾਚ ਵੇਖੇ, ਨਾਟਕ ਵੇਖੇ, ਜੋ ਅੱਖਾਂ ਨੇ ਚਾਹਿਆ ਮਾੜਾ ਵੇਖਣਾ, ਉਹ ਸਾਰਾ ਕੁਝ ਕੀਤਾ ਕਿ ਉਸ ਮਾੜਾ ਵੇਖਣ ਦੇ ਵਿੱਚ ਸੁੱਖ ਆ ਕਿਤੇ? ਮਹਾਰਾਜ ਕਹਿੰਦੇ ਨਹੀਂ, ਉਹਦੇ ਵਿੱਚ ਵੀ ਦੋਖੀ ਹੈ। ਸੁਖ ਨਾਹੀ ਬਹੁ ਦੇਸ਼ ਕਮਾਏ, ਆਪਣੇ ਇਲਾਕੇ ਨੂੰ ਛੱਡ ਕੇ ਦੂਜੇ ਤੇ ਕਬਜ਼ਾ ਕਰ ਲਿਆ, ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਕੀ ਜੇ ਸਾਰੀ ਦੁਨੀਆ ਦਾ ਵੀ ਬਾਦਸ਼ਾਹ ਬਣ ਜਾਵੇਗਾ, ਇਹਦੇ ਵਿੱਚ ਸੁੱਖ ਆ ਕਿਤੇ ਸਾਧ ਸੰਗਤ? ਮਹਾਰਾਜ ਕਹਿੰਦੇ ਇਹਦੇ ਵਿੱਚ ਵੀ ਸੁੱਖ ਨਹੀਂ ਹੈ। ਸੁੱਖ ਕਿੱਥੇ ਹੈ ਫਿਰ? ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਆਪਣੇ ਮੂਲ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਜੁੜੇ ਹੈ। ਮਹਾਰਾਜ ਦੇ ਇੱਕ ਬਚਨ ਹਨ, ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਣ ਸੁਖੀ ਕਿਉਂ ਸੋਵੈ। ਮਹਾਰਾਜ ਕਹਿੰਦੇ ਉਹ ਤੇ ਸ਼ਰਮ ਨਾਲ ਮਰ ਜਾਂਦਾ ਜਿਹੜਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਤੇ ਜਿਹੜਾ ਸਿਮਰਨ ਤੋਂ ਬਿਨਾ ਆਪਣੇ ਜੀਵਨ ਨੂੰ ਬਤੀਤ ਕਰਦਾ, ਮਹਾਰਾਜ ਕਹਿੰਦੇ ਉਹਦੇ ਜਾਗਦਿਆਂ ਤੇ ਸੁੱਖ ਦੀ ਗੱਲ ਛੱਡੋ, ਸੁੱਤਿਆਂ ਉਹਨੂੰ ਸੁਪਨੇ ਵੀ ਸੁੱਖ ਦੇ ਨਹੀਂ ਆਉਂਦੇ। ਔਰ ਮਹਾਰਾਜ ਸਾਨੂੰ ਉਪਦੇਸ਼ ਦਿੰਦੇ, ਆਪਣੇ ਮੂਲ ਸਤਿਗੁਰੂ ਦੇ ਨਾਲ ਜੁੜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਉਸ ਸੁੱਕੇ ਹੋਏ ਸਰੋਵਰ ਨੂੰ ਪੁੱਛਿਆ ਸੀਗਾ ਕਿ ਤੇਰੇ ਸੁੱਕਣ ਦਾ ਕਾਰਨ ਕੀ ਹੈ? ਕਦੇ ਤੇਰੇ ਕੋਲ ਰੌਣਕਾਂ ਲੱਗੀਆਂ ਸਨ, ਕਦੇ ਕਵਲ ਦੇ ਫੁੱਲ ਜਿਹੜੇ ਸਨ ਉਹ ਖਿੜੇ ਹੋਏ ਸਨ, ਭੌਰੇ ਆ ਕੇ ਗੁੰਜਾਰਾ ਪਾਉਂਦੇ ਸਨ। ਅੱਜ ਤੂੰ ਕਾਲਾ ਹੋ ਗਿਆ ਹੈ, ਸੁੱਕ ਗਿਆ ਹੈ, ਕੀ ਕਾਰਨ ਹੈ? ਅੱਗੋਂ ਫਿਰ ਸਰੋਵਰ ਨੇ ਜਵਾਬ ਦਿੱਤਾ, ਕਹਿੰਦਾ ਮੈਨੂੰ ਪਤਾ ਮੇਰੇ ਸੁੱਕਣ ਦਾ ਕਾਰਨ ਕੀ ਹੈ। ਮੇਰੇ ਸੁੱਕਣ ਦਾ ਕਾਰਨ, ਮੇਰਾ ਮੂਲ ਜਿਹੜਾ ਹੈ ਉਹ ਹੈ ਜਲ, ਉਹ ਹੈ ਪਾਣੀ। ਉਹ ਪਾਣੀ ਸੁੱਕਣ ਦੀ ਦੇਰ ਹੋਈ, ਭਾਵੇਂ ਚਾਰ ਦੀਵਾਰੀ ਤੁਸੀਂ ਪੱਕੀਆਂ ਇੱਟਾਂ ਦੀ ਕਰ ਦਿਓ, ਸੰਗਮਰਮਰ ਲਾ ਦਿਓ, ਇਸ ਚਾਰ ਦੀਵਾਰੀ ਦੇ ਕਾਰਨ ਮੈਂ ਹਰਿਆ ਭਰਿਆ ਨਹੀਂ ਰਵਾਂਗਾ। ਮੇਰੇ ਸੁੱਕਣ ਦਾ ਕਾਰਨ ਜਿਹੜਾ ਹੈ ਉਹ ਪਾਣੀ ਹੈ। ਗੁਰੂ ਨਾਨਕ ਸਾਹਿਬ ਦੇ ਬਚਨ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੁਖੜੇ ਸੜਿਓ ਹੈ, ਕਾਲੀ ਹੋਈਆ ਦੇਹੋਰੀ, ਨਾਨਕ ਮੈਂ ਤਨ ਭੰਗ ਜਾਣਾ। ਇਹ ਮੈਨੂੰ ਸਮਝ ਹੈ। ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰਫੜੈ ਚੜੈ ਚਵਗਣ ਬਣ।
ਜਿਸ ਜਲ ਦੇ ਦਰਸ਼ਨ ਕੀਤਿਆਂ ਮੇਰਾ ਤਨ ਖਿੜ ਪੈਂਦਾ ਸੀ ਨਾ, 4 ਗੁਣਾ ਵੱਧ ਮੈਨੂੰ ਪਿਆਰ ਦਾ ਰੰਗ ਚੜ ਜਾਂਦਾ ਸੀ। ਅੱਜ ਉਹ ਜਲ, ਉਹ ਪਾਣੀ ਮੇਰੇ ਵਿੱਚ ਨਹੀਂ ਆ। ਪਾਣੀ ਸੁੱਕਣ ਦੀ ਦੇਰ ਹੈ, ਸਾਰੀ ਬਨਸਪਤੀ ਹਰਿਆ ਭਰਿਆ ਖੇੜਾ ਸਾਰਾ ਹੀ ਕੁਮਲਾ ਗਿਆ ਤੇ ਅੱਜ ਇਹ ਨਰਕ ਦਾ ਵਾਸਾ ਬਣਿਆ ਹੋਇਆ ਹੈ। ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਸੋਹਣਾ ਲਿਖਿਆ ਜੀ, ਸੋਹਣਾ ਬਗੀਚਾ ਹੈ, ਸੈਰ ਕਰਨ ਵਾਲੇ ਉਸ ਬਗੀਚੇ ਦੇ ਵਿੱਚ ਜਾਂਦੇ ਨੇ। ਇੱਕ ਵਿਅਕਤੀ ਦੇ ਮਨ ਦੇ ਵਿੱਚ ਵਿਚਾਰ ਆਉਂਦੀ ਹੈ, ਇਹ ਸੋਹਣਾ ਖਿੜਿਆ ਹੋਇਆ ਫੁੱਲ ਖੁਸ਼ਬੂਦਾਰ ਮੈਂ ਤੋੜ ਲਵਾਂ। ਜਦੋਂ ਉਸ ਫੁੱਲ ਨੂੰ ਤੋੜਨ ਲੱਗਾ ਹੈ, ਫੁੱਲ ਨੇ ਆਵਾਜ਼ ਦਿੱਤੀ, ਮਿੱਤਰਾ ਅੱਜ ਮੈਂ ਆਪਣੇ ਮੂਲ ਦੇ ਨਾਲ ਜੁੜਿਆ ਹੋਇਆ ਹੈ, ਅੱਜ ਮੈਂ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ, ਪਰ ਜੇ ਤੂੰ ਮੈਨੂੰ ਤੋੜ ਲਿਆ ਨਾ, ਮੈਂ ਇਕੱਲਾ ਤੇਰੇ ਵਾਸਤੇ ਰਹਿ ਜਾਵਾਂਗਾ। ਜਿੰਨਾ ਚਿਰ ਮੈਂ ਆਪਣੇ ਮੂਲ ਨਾਲ ਜੁੜਿਆ ਹਾਂ, ਇਸ ਰਸਤੇ ਦੀ ਲੱਖਾਂ ਲੋਕ ਲੰਘ ਜਾਣ, ਮੈਂ ਲੱਖਾਂ ਨੂੰ ਸੁਗੰਧੀ ਦੇਵਾਂਗਾ। ਅਮੁੱਕ ਸੁਗੰਧੀ ਮੇਰੇ ਕੋਲ ਹੈ, ਮੁੱਕੇਗੀ ਨਹੀਂ। ਪਰ ਜੇ ਤੂੰ ਤੋੜ ਕੇ ਲੈ ਗਿਆ ਨਾ, ਫਿਰ ਮੈਂ ਇਕੱਲਾ ਤੇਰੇ ਜੋਗਾ ਰਹਿ ਜਾਵਾਂਗਾ। ਉਹ ਵੀ ਬਹੁਤਾ ਸਮਾਂ ਨਹੀਂ, ਉਹ ਵੀ ਥੋੜੇ ਸਮੇਂ ਦੇ ਵਿੱਚ ਵਿੱਚ ਤੂੰ ਮੈਨੂੰ ਕਮਲੇ ਹੋਏ ਨੂੰ ਵੇਖ ਕੇ, ਜਦੋਂ ਮੈਂ ਕਮਲਾ ਜਾਵਾਂਗਾ ਤੂੰ ਸੁੱਟ ਦੇਵੇਂਗਾ, ਮੈਂ ਇੱਕ ਕੂੜੇ ਦਾ ਰੂਪ ਧਾਰਨ ਕਰ ਲਵਾਂਗਾ, ਮੇਰੇ ਵਿੱਚ ਸੁਗੰਧੀ ਨਹੀਂ ਰਹੇਗੀ। ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕਦੀ ਲਾਈ, ਲੱਖ ਗਾਹਕ ਸੁੰਘੇ ਜੇ ਆ ਕੇ, ਖਾਲੀ ਇੱਕ ਨਾ ਜਾਈ। ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾ, ਉਹ ਵੀ ਪਲਕ ਝਲਕਦਾ ਮੇਲਾ, ਰੂਪ ਮਹਿਕ ਖਿੰਡ ਜਾਈ। ਮੇਰਾ ਰੂਪ ਵੀ ਜਾਂਦਾ ਰਹੇਗਾ, ਮੇਰੀ ਸੁਗੰਧੀ ਵੀ ਜਾਂਦੀ ਰਹੇਗੀ। ਪੱਤਰ ਕੁਰਝੇਣ ਝੜੀਆਂ ਨਹਿ ਜੜੀਆਂ ਪੇੜ ਸੰਪਤਾ। ਜਿਹੜਾ ਪੱਤਾ ਇੱਕ ਵਾਰ ਆਪਣੇ ਮੂਲ ਪੇੜ ਤੋਂ ਝੜ ਜਾਂਦਾ ਹੈ, ਫਿਰ ਉਹ ਸੁੱਕ ਕੇ ਭੁਰ ਜਾਂਦਾ ਹੈ, ਉਹ ਨੇਸ ਤੋਂ ਨਾਬੂਦ ਹੋ ਜਾਂਦਾ ਹੈ। ਇਹ ਅਸਾਂ ਵੇਖਣਾ ਸਾਧ ਸੰਗਤ, ਅਸੀਂ ਆਪਣੇ ਮੂਲ ਸਤਿਗੁਰੂ ਦੇ ਨਾਲ ਜੁੜੇ ਆ। ਇੱਕ ਮੈਂ ਹੋਰ ਪ੍ਰਮਾਣ ਗੁਰਬਾਣੀ ਵਿੱਚੋਂ, ਚਾਤ੍ਰਿਕ ਚਿੱਤ ਸੋ ਸਾਜਣ ਚਾਹੀਐ, ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ। ਬਣ ਬਣ ਫਿਰਤ ਉਦਾਸ ਬੂੰਦ ਜਲ ਕਾਰਣੇ, ਹਰਿ ਹਾਂ ਤਿਉ ਹਰ ਜਨ ਮੰਗੇ ਨਾਮ, ਨਾਨਕ ਬਲਿਹਾਰਣੇ। ਅਸੀਂ ਇਸ ਪੰਛੀ ਦੀ ਉਦਾਹਰਣ ਲੈ ਲਈਏ, ਉਸ ਨੂੰ ਸਵਾਂਤੀ ਬੂੰਦ ਦੀ ਇੱਕ ਪਿਆਸ ਹੈ, ਪਰ ਉਹ ਛੱਪੜ ਦੇ ਕਿਨਾਰੇ ਨਹੀਂ ਜਾਂਦਾ, ਉਹ ਕਿਸੇ ਨਾਲੇ ਦੇ ਕਿਨਾਰੇ ਨਹੀਂ ਜਾਂਦਾ, ਉਡਾਰੀਆਂ ਤੇ ਜੰਗਲ ਵਿੱਚ ਭਰਦਾ ਹੈ, ਪਰ ਉਹਦੀ ਆਸ ਆਕਾਸ਼ ਵਾਲੇ ਪਾਸੇ ਹੈ। ਕਦੋਂ ਬੱਦਲ ਹੋਵੇਗਾ, ਵਰਖਾ ਹੋਵੇਗੀ ਤੇ ਉੱਪਰੋਂ ਆਕਾਸ਼ ਤੋਂ ਆਈ ਹੋਈ ਬੂੰਦ ਜਿਹੜੀ ਹੈ ਉਹ ਮੇਰੇ ਮੁਖ ਵਿੱਚ ਪਵੇਗੀ ਤੇ ਮੇਰੀ ਪਿਆਸ ਬੁਝਾ ਦੇਵੇਗੀ। ਉਹਦਾ ਮੂਲ ਉਹ ਸਵਾਂਤੀ ਬੂੰਦ ਹੈ। ਸਾਡਾ ਮੂਲ ਹਰਿਹਾਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਸਾਲੀ ਉਸ ਬੀਬੀ ਹਰਿਹਾਂ ਨੂੰ ਕਹਿੰਦੇ, ਹਰਿਹਾਂ ਮੈਂ ਤੈਨੂੰ ਗੁਰਸਿੱਖਾਂ ਦੀ ਕਦਰ ਦੱਸਾਂ, ਗੁਰਸਿੱਖ ਕਿੱਦਾਂ ਨਾਮ ਮੰਗਦੇ ਐ। ਜਿੱਦਾਂ ਪਪੀਹਾ ਸਵਾਂਤੀ ਬੂੰਦ ਮੰਗਦਾ ਤਰਲੇ ਲੈ ਲੈ ਕੇ, ਹਰਿਹਾਂ ਤਿਉ ਹਰ ਜਨ ਮੰਗੈ ਨਾਮ। ਤੇ ਬਲਿਹਾਰ ਕੌਣ ਜਾਂਦਾ ਜੀ? ਨਾਨਕ ਬਲਿਹਾਰਨੇ। ਗੁਰੂ ਦਾ ਸਿੱਖ ਕਿਸੇ ਡੇਰੇ ਤੇ ਜਾ ਕੇ ਨਾਮ ਨਹੀਂ ਮੰਗਦਾ ਸਾਧ ਸੰਗਤ। ਗੁਰੂ ਦਾ ਸਿੱਖ ਕਿਸੇ ਰਾਜਨੀਤਿਕ ਬੰਦੇ ਕੋ ਨਾਮ ਨਹੀਂ ਮੰਗਦਾ ਸਾਧ ਸੰਗਤ। ਗੁਰੂ ਦਾ ਸਿੱਖ ਜਿਹੜਾ ਕਿਸੇ ਅਮੀਰ ਬੰਦੇ ਦੀ ਗਾੜੀ ਜਾ ਕੇ ਨਾਮ ਨਹੀਂ ਮੰਗਦਾ ਸਾਧ ਸੰਗਤ। ਗੁਰੂ ਦਾ ਸਿੱਖ ਜਦੋਂ ਗੁਰੂ ਦੇ ਦਰ ਤੇ ਆਉਂਦਾ ਨਾ, ਹੱਥ ਜੋੜ ਕੇ ਕਹਿੰਦਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਆਪਣੇ ਮੂਲ ਦੇ ਨਾਲ ਜੁੜਨਾ। ਸਾਡਾ ਮੂਲ ਕੀ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਕਿਹੜਾ ਸੁੱਖ ਆ ਜਿਹੜਾ ਮੇਰੇ ਦਾਤੇ ਦੇ ਕੋਲ ਨਹੀਂ ਹੈਗਾ ਸਾਧ ਸੰਗਤ। ਜੇ ਮੈਂ ਭਰਮ ਜਾਲ ਵਿੱਚ ਪੈ ਕੇ ਆਪਣੇ ਦਾਤੇ ਨੂੰ ਛੱਡ ਕੇ ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸੁਆਣ ਜਿਉ ਡੋਲਤ,
ਨਹਿ ਸ਼ੁੱਧ RAM ਭਜਨ ਕੀ। ਜਿਸ ਮਨੁੱਖ ਨੂੰ ਆਪਣੇ ਮੂਲ ਦਾ ਪਤਾ ਨਹੀਂ ਸਾਧ ਸੰਗਤ, ਉਹ ਦਰ ਦਰ ਤੇ ਇੰਜ ਭਟਕਦਾ ਜਿੱਦਾਂ ਇੱਕ ਦਰ ਤੋਂ ਕੁੱਤਾ ਉੱਠਿਆ ਤੇ ਦੂਜੇ ਦਰ ਤੇ ਚਲੇ ਗਿਆ। ਸਾਧ ਸੰਗਤ, ਉਹਨੂੰ ਇਸ ਗੱਲ ਦੀ ਸੋਝੀ ਨਹੀਂ ਹੈ ਮੇਰਾ ਮੂਲ ਕੀ ਹੈ। ਵਾਹਿਗੁਰੂ ਦਾ ਨਾਮ ਵੇਖੋ, ਫਿਰ ਬੇਨਤੀ ਸੁਣਿਓ, ਆਪਾਂ ਚਾਹਤ ਰੱਖਣੀ ਨਾ ਸਾਨੂੰ ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ ਹੈ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਗੋਹਜ ਗਲ ਜੀ ਕੀ ਕੀਚੈ ਸਤਿਗੁਰ ਪਾਸ, ਗੋਹਜ ਗਲ ਜੀ ਕੀ ਕੀਚੈ ਸਤਿਗੁਰੂ ਪਾਸ, ਤਾਂ ਸਰਬ ਸੁਖ ਪਾਈਐ। ਆਪਣੀ ਗੁੱਝੀ ਗੱਲ ਹੈ ਨਾ ਸਾਧ ਸੰਗਤ, ਜਿਸ ਤਰ੍ਹਾਂ ਅਸੀਂ ਆਪਣਾ ਕਈ ਵਾਰ ਆਪਣੀ ਨਿੱਜੀ ਗੱਲ ਦਾ ਪਰਦਾ ਨਹੀਂ ਖੋਲਣਾ ਚਾਹੁੰਦੇ। ਮਾਰੇ ਕਹਿੰਦੇ ਤੂੰ ਆਪਣੇ ਗੁਰੂ ਦੇ ਕੋਲ ਆ, ਗੁਰੂ ਦੇ ਕੋਲ ਆ ਕੇ ਸਾਰੇ ਪਰਦੇ ਖੋਲ ਕੇ ਰੱਖ ਦੇ, ਤੇਰਾ ਸਤਿਗੁਰੂ ਤੈਨੂੰ ਸਾਰੇ ਸੁੱਖ ਦੇਵੇਗਾ। ਕਿਉਂਕਿ ਗੁਰੂ ਮੰਗਤਾ ਨਹੀਂ ਹੈ, ਗੁਰੂ ਦਾਤਾ ਹੈ। ਗੁਰੂ ਸਾਡਾ ਮੂਲ ਹੈ, ਗੁਰੂ ਸਾਡੀ ਜੜ ਹੈ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਕਈ ਵਾਰ ਮਾਹੌਲ ਬਣਦਾ ਨਾ ਸਾਧ ਸੰਗਤ, ਮੈਂ ਅੱਜ ਵੀ ਬੇਨਤੀ ਕਰਦਾ, ਅੱਜ ਨਸ਼ੇ ਦਾ ਪਹਿਲਾਂ ਅਸੀਂ ਦਰਿਆ ਕਹਿੰਦੇ ਸਾਂ, ਅੱਜ ਅੱਗ ਵਰ ਰਹੀ ਹੈ ਨਸ਼ੇ ਦੀ। ਅੱਜ ਅੱਗ ਵਰ ਰਹੀ ਹੈ ਨਸ਼ੇ ਦੀ। ਆਪਣੇ ਬੱਚਿਆਂ ਨੂੰ ਬਚਾਈਏ, ਆਪਣੇ ਮੂਲ ਨਾਲ ਜੁੜ ਕੇ ਬੱਚਿਆਂ ਨੂੰ ਵੀ ਮੂਲ ਦੇ ਨਾਲ ਜੋੜੀਏ। ਮੈਂ ਕੁਝ ਅੱਖੀ ਵੇਖਿਆ, ਪੰਛੀਆਂ ਦੀਆਂ ਉਦਾਹਰਨਾਂ ਦੇਣਾ ਆਪ ਜੀ ਨੂੰ। ਮੈਂ ਖੇਤ ਵਿੱਚ ਖੜਾ ਸਾਂ, ਟਟੀਰੀਆਂ ਵੇਖੀਆਂ ਨਾ, ਜਿੰਨਾ ਚਿਰ ਉਹਨਾਂ ਦੇ ਬੱਚੇ ਛੋਟੇ ਨੇ ਉਹਨਾਂ ਚਿਰ ਆਪਣੇ ਬੱਚਿਆਂ ਦਾ ਉਹ ਖੇੜਾ ਨਹੀਂ ਛੱਡਦੀਆਂ। ਔਰ ਮੈਂ ਛੋਟੇ ਛੋਟੇ ਬੱਚੇ ਇੱਕ ਵੱਟ ਦੇ ਸਹਾਰੇ ਨਾਲ ਲੱਗੇ ਵੇਖੇ ਸਾਧ ਸੰਗਤ। ਔਰ ਮੈਂ ਮਹਿਸੂਸ ਕੀਤਾ ਇਸ ਗੱਲ ਨੂੰ, ਇਹਨਾਂ ਦੇ ਮਾਤਾ ਪਿਤਾ ਉੱਚੀ ਉੱਚੀ ਬੋਲੀ ਜਾ ਰਹੇ ਨੇ। ਇਹਨਾਂ ਦੀ ਭਾਸ਼ਾ ਵਿੱਚ ਜ਼ਰੂਰ ਕਹਿੰਦੇ ਹੋਣਗੇ, ਪੁੱਤਰੋ ਹੁਣ ਤੁਰਿਓ ਨਾ, ਇੱਥੇ ਟਿਕ ਕੇ ਬੈਠ ਜਾਓ। ਜੇ ਤੁਸੀਂ ਤੁਰ ਪਏ ਨਾ, ਹੋ ਸਕਦਾ ਕਿਸੇ ਸ਼ਿਕਾਰੀ ਦੀ ਨਜ਼ਰ ਪੈ ਜਾਵੋ, ਤੁਸੀਂ ਉੱਡ ਨਹੀਂ ਸਕਦੇ, ਤੁਹਾਨੂੰ ਇੱਥੇ ਖਾ ਜਾਵੇਗਾ, ਖਤਮ ਕਰ ਦੇਵੇਗਾ। ਅਸੀਂ ਕੋਇਲ ਵੇਖਦੇ ਹਾਂ, ਕੋਇਲ ਦੀ ਮਿੱਠੀ ਆਵਾਜ਼ ਹੈ ਤੇ ਕਾਂ ਦੀ ਖੜਵੀ ਜੀ ਭੈੜੀ ਜੀ ਆਵਾਜ਼ ਹੈ। ਪਰ ਕੋਇਲ ਦੇ ਬੱਚੇ ਕੌਣੀ ਕੱਢਦੀ ਹੈ। ਜਦੋਂ ਉਹ ਬੱਚੇ ਉਸ ਕੌਣੀ ਦੇ ਪਿੱਛੇ ਤੁਰਨ ਲੱਗਦੇ ਨੇ ਤੇ ਕੋਇਲ ਆਪਣਾ ਫਰਜ਼ ਸਮਝਦੀ ਹੈ, ਜੇ ਮੈਂ ਅੱਜ ਇਹਨਾਂ ਬੱਚਿਆਂ ਨੂੰ ਆਪਣੀ ਬੋਲੀ ਨਾ ਸਿਖਾਈ, ਇਹਨਾਂ ਬੱਚਿਆਂ ਵਿੱਚ ਕਾਂ ਵਾਲੀਆਂ ਆਦਤਾਂ ਆ ਜਾਣਗੀਆਂ। ਉਹ ਆਪਣੇ ਬੱਚਿਆਂ ਨੂੰ ਫਰਜ਼ ਸਮਝ ਕੇ ਆਪਣੀ ਬੋਲੀ ਸਿਖਾਉਂਦੀ ਹੈ। ਤੇ ਉਹ ਬੱਚੇ ਜਿਹੜੇ ਕਾਂ ਦੇ ਘਰ ਵਿੱਚ ਪਲੇ ਨੇ, ਜਿਹੜੇ ਕਾਵਾਂ ਦੇ ਬੱਚਿਆਂ ਦੇ ਮਗਰ ਲੱਗ ਲੱਗ ਕੇ ਤੁਰੇ ਸਨ, ਆਪਣੇ ਆਪ ਆਪਣੀ ਮਾਂ ਦੀ ਬੋਲੀ ਸੁਣ ਕੇ ਵਾਪਸ ਆ ਜਾਂਦੇ ਨੇ ਆਪਣੀ ਮਾਂ ਵਾਲੇ ਪਾਸੇ। ਇਹ ਸਾਨੂੰ ਸਿਖਾਇਆ ਜਾਂਦਾ ਸੀ ਨਾ ਵੀ ਗੁਰਮੁਖੀ ਸਾਡੀ ਮਾਂ ਬੋਲੀ ਹੈ। ਅੱਜ ਮਾਂ ਵੀ ਇਹ ਬੋਲੀ ਨਹੀਂ ਬੋਲਦੀ ਸਾਧ ਸੰਗਤ, ਸਾਨੂੰ ਤੇ ਪਤਾ ਹੀ ਨਹੀਂ ਲੱਗਣ ਡਿਆ ਵੀ ਸਾਡੀ ਬੋਲੀ ਕਿਹੜੀ ਹੈ। ਅੱਜ ਪਿਤਾ ਵੀ ਉਹ ਬੋਲੀ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਨਿਤਨੇਮ ਕਰੋ, ਗੁਰਦੁਆਰੇ ਜਾਓ, ਆਪਣੇ ਬੱਚਿਆਂ ਨੂੰ ਨਾਲ ਲੈ ਕੇ। ਬੱਚਿਆਂ ਦੇ ਅਲੱਗ ਕਮਰੇ ਨਾ ਬਣਾਓ। ਅੱਜ ਸਾਡੇ ਬੱਚੇ ਮੂਲ ਦੇ ਨਾਲੋਂ ਟੁੱਟ ਕੇ ਨਸ਼ਿਆਂ ਦੇ ਵਿੱਚ ਗਰਕ ਹੋ ਰਹੇ ਜੇ, ਹਾਲੋ ਬਿਹਾਲ ਹੋਈਆਂ ਪਈਆਂ ਮਾਵਾਂ। ਅਸੀਂ ਜੁੜ ਜਾਈਏ ਵਾਹਿਗੁਰੂ ਦੇ ਨਾਲ ਔਰ ਆਪਣੇ ਬੱਚਿਆਂ ਨੂੰ ਆਖੀਏ, ਪੁੱਤਰ ਜਿਸ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਨਹੀਂ ਨਾ ਆਉਂਦਾ, ਉਹ ਸੰਤ ਨਹੀਂ ਹੁੰਦਾ, ਉਹਨਾਂ ਦੀਆਂ ਬਰਸ਼ੀਆਂ 'ਚ ਨਹੀਂ ਜਾਈਦਾ ਹੁੰਦਾ। ਤੇ ਜਿਹਨੂੰ ਜਪ ਬਾਣੀ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨੀਆ ਹੋਵੇ, ਉਹਦੇ ਤੋਂ ਵੱਡਾ ਹੋਰ ਗੁਰਸਿੱਖ ਤੇ ਸੰਤ ਕੋਈ ਨਹੀਂ ਹੈ। ਅਸੀਂ ਆਪਣੇ ਮੂਲ ਦੇ ਨਾਲ ਜੁੜ ਜਾਈਏ ਆ ਕੇ, ਤੇ ਜੋ ਅਸੀਂ ਮੰਗਾਂਗੇ ਉਹ ਸਾਨੂੰ ਸਾਰਾ ਕੁਝ ਸਾਧ ਸੰਗਤ ਪ੍ਰਾਪਤ ਹੋ ਜਾਵੇਗਾ, ਜੋ ਅਸੀਂ ਮੰਗਾਂਗੇ। ਔਰ ਮੇਰੇ ਸਾਹਿਬ ਜੀ ਕਹਿੰਦੇ ਹਨ, ਕਈ ਵਾਰ ਮਾਹੌਲ ਬਣਦਾ, ਮੈਂ ਬੇਨਤੀ ਕਰਨ ਲੱਗਾ ਸਾਂ, ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਉਦਾਹਰਨਾਂ ਦਿੱਤੀਆਂ ਸਾਨੂੰ ਸਾਧ ਸੰਗਤ। ਜਿਸ ਤਰ੍ਹਾਂ ਆ ਬੜਾ ਹੁਮਸ ਹੈ, ਗਰਮੀ ਹੈ, ਤੇ ਆਪਾਂ ਸਾਰੇ ਤਰਾਸ ਕਰਦੇ ਕਹਿੰਦੇ ਆ ਵੀ ਬਹੁਤ ਗਰਮੀ, ਬਹੁਤ ਗਰਮੀ। ਹਵਾ ਦਾ ਰੁਖ ਬਦਲ ਜਾਵੇ, ਉਹ ਬੱਦਲ ਉਡਾ ਕੇ ਲੈ ਆਉਂਦੀ ਹੈ, ਬੱਦਲ ਟਿਕ ਜਾਂਦੇ ਹਨ, ਫਿਰ ਵਰਖਾ ਘਣੀ ਹੋਣ ਲੱਗ ਪੈਂਦੀ ਹੈ। ਜੇ ਹਵਾ ਦਾ ਰੁਖ ਦੂਜੇ ਬੰਨੇ ਨੂੰ ਬਦਲ ਜਾਵੇ, ਅੱਤ ਦੀ ਗਰਮੀ ਹੋਵੇ, ਬੱਦਲ ਉੱਡ ਕੇ ਆ ਜਾਣ ਤੇ ਹਵਾ ਦਾ ਰੁਖ ਬਦਲ ਜਾਵੇ, ਇੱਕ ਵੀ ਛਿੱਟ ਨਹੀਂ ਪੈਂਦੀ, ਇੱਕ ਵੀ ਬੂੰਦ ਨਹੀਂ ਡਿੱਗਦੀ, ਹਵਾ ਬਣੇ ਹੋਏ ਬੱਦਲ ਉਡਾ ਕੇ ਲੈ ਜਾਂਦੀ ਹੈ।
काहू दिशा के पवन गवन कै बरखा है, काहू दिशा के पवन बादर बिलात है। काहू जल पान किए रहत अरोग देही, काहू जल पान व्यापै बिरथा बिललात है। किसी थां तो असी पानी जल सकते हैं, साध संगत शरीर अरोग हो जाता है। किसी थां का असी जल सकते हैं तो शरीर रोग पीड़ित हो जाता है। मनुख रोग तो पीड़ित होकर रोंदा है, करलाउंदा है। काहू गृह की अगन पाक साक सिद्ध करे, काहू गृह की अगन भमन जरात है। किते घर की अग जिहड़ी है चंगे चंगे पकवान आपां उहदे ते पकाउंदे हां, जदों अग बेमर्यादा हो जाती है घर नूं साड़ के रख देंदी साध संगत। काहू की संगत मेल जीवन मुक्त होए, काहू की संगत मेल लै जामपुर जात है। मनमुखा की कुसंगत मिल जाए तो जमा की पुरी का रस्ता मिल जाता है। गुरमुखा की संगत मिल जाए तो साध संगत गुरु दा रा के सचखंड के वासी बन जाइदा है। गुरु साहब सानू जोड़न वाले वाहिगुरु दे संत आ ना, गुरमुख आ ना। ते गुरु अर्जन साहब महाराज ने भी आख्या संत जन्ना मिल हर जस गायो, की मिलेगा महाराज साहब कहते कोट जन्म के दुख गवायो, जो चाहत सोई फल पायो। ते कर किरपा हर नाम दिवायो, सर्ब सुख हर नाम वडाई, गुर प्रसाद नानक मत पाई। जो चाहोगे वह महाराज कहते फल प्राप्त हो जाएंगे। श्रीमान संत ब्रह्म ज्ञानी बाबा जवंत सिंह जिन्हां दा बहुत वड्डा गुरमत समागम 2 जुलाई नूं मनाया जा रहा है। 26 तो लैके 2 तक के समागम चलने ने। उन्हां महापुरुषां दे कोल जोड़ा आ जाता है, दम पत्नी आ जाते हैं, पति ते पत्नी आ जाते हैं। ते बहुत ज़्यादा माया लिया के उन्हां महापुरुषों के अगे रख देंदे ने ते आके बेनती करते महापुरुषो अरदास करो सानू साडे घर दे विच इन्नी उम्र हो गई ना धी ते ना पुत्र आ, सानू पुत्र चाहिदा है। महापुरुष बाबा जवंत सिंह जी खुश हो के हस के कहते कहते कदे पुत्र मुल मिल जाते आ। बाबा जवंत सिंह महापुरुष उन्हें आए होया नूं क्योंकि उन्हें माया जू ढेरी कर दी अगे। महापुरुष बाबा जवंत सिंह जी कहन लगे प्यारिओ कदे पुत्र मुल मिल जाते आ। कह लगे नहीं महापुरुषो पुत्र ते मुल नहीं मिलते। कहते फिर साडे को ना मंगो, जिहड़ा पुत्रां दा दाता धन गुरु ग्रंथ साहिब महाराज आ ना उहदे कोलों जाके मंगो। तुसी खाली नहीं जाओगे, तुहानूं जरूर दात प्राप्त होवेगी। साध संगत महापुरुषों के कहण ते वो सेवा भी करते हैं, वो सिमरन भी करते हैं। और उन्होंने आख्या सी सेवा करदे कदे किसी नाल खरवा नहीं बोलना, तो सिमरन करदे कदे दूजे का ध्यान नहीं आना चाहिए, सिर्फ उस वाहिगुरू नाल सुरत जुड़े। एक दिन माही आ जाती है रात, आके बेनती करती है मैं प्रशादा छकना है। तो सारे कहते हैं भी प्रशादा तो समाप्त हो गया, हुण तो समा ही कोई नहीं है। वो माई महापुरुष बाबा जवंत सिंह जी के कोल जाके कहती है महापुरुषो मैं बहुत भुखी हाँ, जे अज प्रशादा ना मिलिया, गुरु दर तो प्रशादा ना मिलिया तो फिर कित्थों मिलेगा। तो जिन्हां दे अंदर पुत्र प्राप्ति की भुख सी ना साध संगत, फिर उस जोड़े नूं आख्या, कहन लगे हुण छकाओ प्रशादा। जदों उन्हां प्रशादा छकाया, कोई बहुती लंबी चौड़ी अरदास नहीं, कुदरती सुभाਅ दे नाल उस माई ने आख दिता मेरी धीए मेरे पुत्र जिद्दां तुसां मेरी भुख मिटाई है ना, परमात्मा किरपा करे तुहाडी कोई भुख ना रहन देवे, तुहाडीआं सारियां भुखां मिट जाण। ये आम करके हुंदा सी साध संगत। अज असीं ना बजुर्गां तो असीस लैंदे आ, ना बजुर्ग असीस दिंदे आ। ये साडा सुभाਅ ही खत्म हो गया। कदे पुੱਤ घरों चलदा सी ते मां असीस दे के कहंदी सी ना पूता माता की आसीस निमख न बिसरे तुमको हर हर सदा भजो जगदीश। तेनू निमख मात्र भी तेरा मूल परमात्मा वाहिगुरू तेरी सोच विचों ना विसरे किते जाके। जदों असीं गुरु दे नाल जुड़ांगे
ਤੇ ਸਾਹਿਬ ਜੀ ਦੇ ਨਾਲ ਜੁੜਦਿਆਂ ਸਾਹਿਬ ਕਹਿੰਦੇ ਸਾਰੇ ਹੀ ਸੁੱਖ ਤੈਨੂੰ ਜਿਹੜੇ ਨੇ ਉਹ ਬਿਨਾਂ ਮੰਗਣ ਤੋਂ ਆਪਣੇ ਆਪ ਹੀ ਮਿਲ ਜਾਣਗੇ। ਸਰਬ ਸੁੱਖਾਂ ਕਾ ਦਾਤਾ ਕੌਣ ਹੈ ਸਾਧ ਸੰਗਤ? ਸਤਿਗੁਰ। ਮੇਰਾ ਗੁਰੂ ਜਿਹੜਾ ਨਾ ਸਾਰਿਆਂ ਸੁੱਖਾਂ ਦਾ ਦਾਤਾ ਹੈ। ਤੇ ਮੈਂ ਕੀ ਕਰਨਾ? ਤਾਂ ਉਹ ਜਿਹੜਾ ਗੁਰੂ ਮੇਰਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ, ਮੈਂ ਉਹਦੀ ਸ਼ਰਨ ਹੀ ਪੈਣਾ ਹੈ। ਮਹਾਰਾਜ ਕਹਿੰਦੇ ਸਾਨੂੰ ਉਹਦੀ ਸ਼ਰਨ ਪੈਣਾ ਚਾਹੀਦਾ ਹੈ। ਦੇਖੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਉ, ਤੇ ਦੁੱਖ ਪਰ ਹਰ ਸੁਖ ਘਰ ਲੈ ਜਾਏ। ਕਿਉਂਕਿ ਮੇਰਾ ਗੁਰੂ ਸੁੱਖਾਂ ਦਾ ਦਾਤਾ ਹੈ। ਸਾਨੂੰ ਤਰੀਕਾ ਦੱਸ ਦਿੱਤਾ ਅਸੀਂ ਵਾਹਿਗੁਰੂ ਨੂੰ ਕਿੱਦਾਂ ਗਾਇਨ ਕਰਨਾ ਹੈ, ਵਾਹਿਗੁਰੂ ਦਾ ਸਿਮਰਨ ਕਿੱਦਾਂ ਕਰਨਾ ਹੈ। ਗਾਵੀਐ ਸੁਣੀਐ ਮਨ ਰਖੀਐ ਭਾਉ, ਮਨ ਦੇ ਅੰਦਰ ਵਾਹਿਗੁਰੂ ਦੇ ਪ੍ਰਤੀ ਪ੍ਰੇਮ ਬਣਾ ਕੇ ਰੱਖੀਏ। ਸਾਧ ਸੰਗਤ ਆਪਾਂ ਜੇ ਗਾਉਣਾ ਤਦ ਵੀ ਪ੍ਰੇਮ, ਜੇ ਸੁਣਨਾ ਤੇ ਤਦ ਵੀ ਪ੍ਰੇਮ। ਸਾਧ ਸੰਗਤ ਤੇ ਫਿਰ ਕੀ ਹੋਵੇਗਾ? ਸਾਹਿਬ ਕਹਿੰਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ। ਸੁਖ ਘਰ ਆਇਆ, ਆਪਣੇ ਆਪ ਚੱਲ ਕੇ ਘਰ ਦੇ ਵਿੱਚ ਆ ਜਾਵੇਗਾ। ਸਾਧ ਸੰਗਤ ਲੰਮੀ ਚੌੜੀ ਬਾਣੀ ਦਾ ਅਸੀਂ ਪਾਠ ਕਰਦੇ ਹਾਂ। ਉਸ ਬਾਣੀ ਦਾ ਧੁਰਾ ਕੀ ਹੈ, ਕੇਂਦਰੀ ਭਾਵ ਕੀ ਹੈ? ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ। ਇੱਕੋ ਰਹਾਉ ਦੀ ਪੰਕਤੀ ਹੈ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਉਹਨਾਂ ਦੇ ਜੀਵਨ ਦੇ ਵਿੱਚ ਸਾਰੇ ਸੁੱਖ ਆਣ। ਸਾਧ ਸੰਗਤ ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਸਮਨ ਉਪਜਿਓ, ਸਗਲੇ ਦੁਖ ਪਲਾਇਨ। ਫਿਰ ਸਾਹਿਬ ਕਹਿੰਦੇ ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਨ। ਜਨਮ ਮਰਨ ਦੁਹੂ ਤੇ ਛੂਟੇ, ਭਵਜਲ ਜਗਤ ਤਰਾਇਨ। ਸਭ ਕਹਿੰਦੇ ਨੇ ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਬਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਇਹ ਤਾਂ ਨਹੀਂ ਕਹਿੰਦਾ ਤੂੰ ਮੇਰੇ ਕੋਲ ਆ ਗਿਆ ਤੇ ਦੁਬਾਰਾ ਤੇਰਾ ਬੀਪੀ ਘਟੇ ਵਧੇਗਾ, ਨਹੀਂ। ਪਰ ਮਹਾਰਾਜ ਕਹਿੰਦੇ ਜਦੋਂ ਤੂੰ ਇੱਕ ਵਾਰ ਵਾਹਿਗੁਰੂ ਦੇ ਕੋਲ ਆ ਜਾਵੇਂਗਾ ਨਾ, ਫਿਰ ਤੈਨੂੰ ਉਹ ਸੁੱਖ ਮਿਲੇਗਾ ਜਿਹੜਾ ਕਦੇ ਘਾਟੇ ਵਿੱਚ ਨਹੀਂ ਜਾਵੇਗਾ, ਜਿਹੜਾ ਕਦੇ ਘਟੇਗਾ ਨਹੀਂ। ਉਹ ਸੁੱਖ ਮਿਲੇਗਾ ਜਿਹੜਾ ਸਦਾ ਹੀ ਸੁੱਖ ਹੋਵੇਗਾ, ਉਹ ਦੁੱਖਾਂ ਵਿੱਚ ਨਹੀਂ ਬਦਲੇਗਾ। ਬਾਕੀ ਜੋ ਵੀ ਆਪਾਂ ਮੰਗਦੇ ਉਹ ਦੁੱਖਾਂ 'ਚ ਬਦਲਦਾ। ਸਾਧ ਸੰਗਤ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸੋ ਮੇਰਾ ਜਿਹੜਾ ਦਾਤਾ ਵਾਹਿਗੁਰੂ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਗੁਰੂ ਦਾਤਾ ਹੈ। ਐਸੇ ਦੀਨ ਦਿਆਲ ਪਾਤਸ਼ਾਹ ਜੀ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਸਤਿਗੁਰੂ ਦੇ ਦਰਸ਼ਨ ਕਰਦੇ ਆ ਸਾਧ ਸੰਗਤ, ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਗੁਰੂ ਹੈ ਹੀ ਉਹ ਜੀ ਜਿਹਦੇ ਦਰਸ਼ਨ ਕੀਤਿਆਂ ਜੀਵਨ ਵਿੱਚ ਖੇੜਾ ਆ ਜਾਵੇ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਜਿਸ ਗੁਰੂ ਦੇ ਦਰਸ਼ਨ ਕੀਤਿਆਂ ਮਨ ਵਿੱਚ ਖੇੜਾ ਆ ਜਾਵੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੇ ਮੇਰੀ ਮਾਂ, ਹੁਣ ਮੇਰੇ ਮਨ ਵਿੱਚ ਆਨੰਦ ਹੈ, ਹੁਣ ਮੇਰੇ ਮਨ ਵਿੱਚ ਖੇੜਾ ਹੈ। ਤੇ ਪੁੱਛਿਆ ਕਿਸ ਤਰੀਕੇ ਦੇ ਨਾਲ? ਆਖਿਆ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜੇ ਸਤਿਗੁਰੂ ਨੂੰ ਪ੍ਰਾਪਤ ਕਰਦਿਆਂ ਖੇੜਾ ਪ੍ਰਾਪਤ ਹੋ ਜਾਂਦਾ ਹੈ, ਹੇ ਗੁਰੂ ਅਮਰਦਾਸ ਸਾਨੂੰ ਵੀ ਤਰੀਕਾ ਦੱਸ ਦਿਓ, ਗੁਰੂ ਨੂੰ ਕਿੱਦਾਂ ਪ੍ਰਾਪਤ ਕਰੀਦਾ ਹੈ। ਮੇਰੇ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਤਰੀਕਾ ਦੱਸਦਾ ਹਾਂ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ
ਵਧਾਈਆਂ। ਅਡੋਲ ਅਵਸਥਾ ਦੇ ਵਿੱਚ ਯਕੀਨ ਰੱਖ ਕੇ, ਭਰੋਸਾ ਰੱਖ ਕੇ ਮੈਂ ਆਪਣੇ ਗੁਰੂ ਨੂੰ ਪ੍ਰਾਪਤ ਕੀਤਾ। ਗੁਰੂ ਦੇ ਦਰਸ਼ਨ ਕੀਤਿਆਂ ਜੀਵਨ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ, ਦੁੱਖ ਆਪਣੇ ਆਪ ਚਲੇ ਜਾਂਦੇ ਹਨ। ਇਸ ਕਰਕੇ ਉਸ ਵਾਹਿਗੁਰੂ ਦੇ ਗੁਣ ਗਾਇਨ ਕਰੀਏ। ਹਰ ਰਸ ਪੀਵੋ ਭਾਈ। ਹੇ ਭਰਾਵੋ, ਵਾਹਿਗੁਰੂ ਦੇ ਨਾਮ ਦੇ ਰਸ ਨੂੰ ਛਕਣਾ ਕਰੋ, ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀਣਾ ਕਰੋ। ਨਾਮ ਜਪੋ ਨਾਮੋ ਆਰਾਧੋ, ਗੁਰ ਪੂਰੇ ਕੀ ਸਰਨਾਈ। ਪੂਰੇ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ, ਵਾਹਿਗੁਰੂ ਜੀ ਦੇ ਨਾਮ ਨੂੰ ਆਰਾਧਨਾ ਕਰੋ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਹਨ। ਰਹਾਓ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਪਾਈ। ਵਾਹਿਗੁਰੂ ਜੀ ਦੇ ਨਾਮ ਦੀ ਪ੍ਰਾਪਤੀ ਸਾਧ ਸੰਗਤ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਧੁਰ ਦਰਗਾਹ ਤੋਂ ਪ੍ਰਮਾਤਮਾ ਦੀ ਹਜ਼ੂਰੀ ਵਿੱਚੋਂ ਮਸਤਕ ਦੇ ਲੇਖ ਲਿਖੇ ਹੁੰਦੇ ਹਨ। ਜਿਹਦੇ ਮਸਤਕ ਦੇ ਲੇਖ ਨਹੀਂ ਨਾ ਲਿਖੇ ਹੁੰਦੇ ਸਾਧ ਸੰਗਤ, ਉਸ ਨੂੰ ਨਾਮ ਦੀ ਪ੍ਰਾਪਤੀ, ਉਸ ਨੂੰ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਆਪ ਜਿੰਨੇ ਤੁਸੀਂ ਬੈਠੇ ਹੋ ਨਾ, ਆਪਾਂ ਵੇਖਿਆ ਜਦੋਂ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰਦੇ ਆ ਤੇ ਆਪਾਂ ਕਹਿੰਦੇ ਜਿੱਥੇ ਸੰਜੋਗ ਆ ਉੱਥੇ ਜੁੜ ਜਾਣੇ ਆ। ਇਹ ਵੀ ਸੰਜੋਗ ਆ ਸਾਧ ਸੰਗਤ ਗੁਰੂ ਦੇ ਨਾਲ ਜਿਹੜੇ ਹਨ। ਆ ਜਿੰਨੇ ਤੁਸੀਂ ਬੈਠੇ ਹੋ ਨਾ, ਉਚੇਚੇ ਤੌਰ ਤੇ ਆ ਕੇ ਇਹ ਕੀ ਹੈ? ਸਾਹਿਬ ਕਹਿੰਦੇ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਤੁਰ ਦਰਗਾਹ ਤੋਂ ਜਿਹੜੀ ਪ੍ਰਵਾਨਤਾ ਮਿਲ ਗਈ ਹੈ ਨਾ ਵੀ ਜਿੰਨੇ ਜਿੰਨੇ ਵਾਹਿਗੁਰੂ ਦਾ ਨਾਮ ਜਪਣਾ, ਕਿੰਨੇ ਕਿੰਨੇ ਗੁਰੂ ਦੇ ਕੋਲ ਆ ਕੇ ਬੈਠਣਾ ਹੈ। ਦੋ ਸੁਭਾਵਾਂ ਦੇ ਵਿਅਕਤੀ ਹੁੰਦੇ ਆ ਨਾ, ਇੱਕ ਝੂਠ, ਇੱਕ ਇਹਨਾਂ ਨੂੰ ਝੂਠ ਬੜਾ ਚੰਗਾ ਲੱਗਦਾ ਹੈ, ਜਿੱਥੇ ਝੂਠੇ ਬੈਠੇ ਹੁੰਦੇ ਉੱਥੇ ਜਾ ਕੇ ਬੈਠ ਜਾਂਦੇ ਆ। ਇੱਕ ਸਚਿਆਰ ਹੁੰਦੇ, ਉਹਨਾਂ ਨੂੰ ਸੱਚ ਚੰਗਾ ਲੱਗਦਾ ਹੈ, ਭਾਵੇਂ ਸੱਚ ਦੇ ਕੋਲ ਦੋ ਚਾਰ ਜਣੇ ਬੈਠੇ ਹੋਣ ਉਹ ਵੀ ਕੋਲ ਆ ਕੇ ਬੈਠ ਜਾਂਦੇ। ਸਾਧ ਸੰਗਤ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਤੇ ਤੁਸੀਂ ਕਿਉਂ ਬੈਠੇ ਹੋ? ਇਹ ਧੁਰ ਦਰਗਾਹ ਦੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਸਤਿਗੁਰੂ ਨੇ ਆਪ ਕਿਰਪਾ ਕਰਕੇ ਆਪਣੀ ਹਜ਼ੂਰੀ ਦੇ ਵਿੱਚ ਬਿਠਾਇਆ। ਸਭ ਕਹਿੰਦੇ ਭਾਈ ਉਹ ਫਿਰ ਗੁਣਾਂ ਦੇ ਨਾਲ ਪੂਰਨ ਹੋ ਜਾਂਦੇ ਹਨ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ, ਹੇ ਮੇਰੇ ਵਾਹਿਗੁਰੂ ਕਿਰਪਾ ਕਰੋ, ਰਹਿਮਤ ਬਖਸ਼ਿਸ਼ ਕਰ ਦਿਓ ਕਿ ਮੇਰੀ ਵੀ ਸੁਰਤ ਜਿਹੜੀ ਹੈ ਉਹ ਨਾਮ ਦੇ ਨਾਲ ਜੁੜੀ ਰਵੇ। ਮੇਰੀ ਵੀ ਸੁਰਤ ਜਿਹੜੀ ਹੈ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੀ ਰਵੇ। ਜੇ ਸਾਡੀ ਲਿਵ, ਸਾਡੀ ਸੁਰਤ ਵਾਹਿਗੁਰੂ ਦੇ ਨਾਮ ਨਾਲ ਨਹੀਂ ਨਾ ਜੁੜਦੀ ਸਾਧ ਸੰਗਤ, ਜਿੱਦਾਂ ਕੋਈ ਗਰੀਬ ਜਿਹਾ ਮਨੁੱਖ ਜਿਹਦੇ ਤਨ ਤੇ ਬਸਤਰ ਨਾ ਹੋਵਣ, ਉਹ ਤੁਰਿਆ ਜਾਵੇ ਤਾਂ ਆਪਾਂ ਉਹਨੂੰ ਕਹਿੰਦੇ ਵਿਚਾਰਾ ਆ। ਵਿਚਾਰਾ ਇਸ ਕਰਕੇ ਕਹਿੰਦੇ ਵੀ ਇਹਦੇ ਕੋਲ ਧਨ ਨਹੀਂ ਹੈਗਾ, ਇਹ ਆਪਣੇ ਬਸਤਰ ਨਹੀਂ ਲੈ ਸਕਿਆ। ਕੋਈ ਭੁੱਖਾ ਹੋਵੇ, ਰੋਟੀ ਮੰਗਦਾ ਫਿਰਦਾ ਹੋਵੇ, ਆਪਾਂ ਕਹਿੰਦੇ ਵਿਚਾਰਾ ਆ, ਇਹਦੇ ਕੋਲ ਨਾ ਧਨ ਨਹੀਂ ਹੈਗਾ, ਇਸ ਕਰਕੇ ਰੋਟੀ ਨਹੀਂ ਖਾ ਸਕਦਾ। ਤੇ ਜਿਹੜਾ ਸਾਧ ਸੰਗਤ ਦਰ ਦਰ ਤੇ ਭਟਕਦਾ ਹੈ, ਜਿਹੜਾ ਇਹ ਕਹਿੰਦਾ, ਜਿਹਨੂੰ ਚੋਲਾ ਪਾਏ ਨੂੰ ਵੇਖਿਆ, ਪ੍ਰਚਾਰਕ ਰਾਗੀ ਸਿੰਘ ਜਿਹਨੂੰ ਵੀ ਵੇਖਿਆ ਉਹਨੂੰ ਘੇਰ ਕੇ ਆਖਿਆ ਵੀ ਨਾਮ 'ਚ ਸੁਰਤ ਨਹੀਂ ਲੱਗਦੀ ਤੇ ਜਪੇ ਕੋਈ ਨਾ, ਸਿਰਫ ਪੁੱਛੀ ਜਾਵੇ ਸਾਧ ਸੰਗਤ, ਉਹਨੂੰ ਫਿਰ ਇਹੋ ਹੀ ਆਖਣਾ ਬਣਦਾ ਵੀ ਇਹ ਅਜੇ ਵਿਚਾਰਾ ਹੀ ਹੈ। ਮਹਾਰਾਜ ਦੇ ਬਚਨ ਨੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਤੇ ਫਿਰ ਆਪਾਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰੀ ਨਾ, ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਸਾਹਿਬ ਜੀ ਨੇ ਅਰਦਾਸ ਕੀਤੀ, ਹੈ ਮੇਰੇ ਰੱਬ ਜੀ ਕਿਰਪਾ ਕਰੋ, ਤਰਸ ਕਰੋ, ਮੇਰੀ ਸੁਰਤ ਤੁਹਾਡੇ ਚਰਨਾਂ ਦੇ ਨਾਲ ਜੁੜੀ ਰਹੇ। ਸ਼ੰਤ ਰੁੱਤ ਬਰਸ ਸੁਹੇਲੀਆ, ਸਾਵਨ ਭਾਦਵੇ ਆਨੰਦ ਜੀਓ। ਸਾਧ ਸੰਗਤ ਸ਼ੰਤ ਸਰਲੇ ਖੇਠ ਲੜੀਵਾਰ ਸ਼ਬਦ ਜੋ ਆਪ ਜੀ ਸਰਵਣ ਕਰ ਰਹੇ ਹੋ, ਬਹੁਤ ਗਰਮੀ ਜੇਠ ਹਾੜ ਦੇ ਦਿਨਾਂ ਦੇ ਅੰਦਰ ਤਪਸ਼ ਹੈ, ਪਰ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਜਦੋਂ ਭਾਦਰੋਂ ਦਾ ਮਹੀਨਾ ਆਉਂਦਾ ਹੈ, ਫਿਰ ਸਾਧ ਸੰਗਤ ਬਰਸਾਤ ਹੋਣ ਲੱਗ ਪੈਂਦੀ ਹੈ, ਧਰਤੀ ਹਰੀ ਭਰੀ ਹੋ ਜਾਂਦੀ ਹੈ। ਜਿਸ ਤਰ੍ਹਾਂ ਸਾਲ ਵਿੱਚ ਇੱਕ ਵਾਰ ਬਸੰਤ ਰੁੱਤ ਆਉਂਦੀ ਹੈ, ਇਸੇ ਤਰ੍ਹਾਂ ਸਾਲ ਵਿੱਚ ਇੱਕ ਵਾਰ ਸਾਵਣ ਦਾ ਮਹੀਨਾ ਆਉਂਦਾ ਹੈ, ਧਰਤੀ ਨੂੰ ਹਰਿਆ ਭਰਿਆ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਹਨ, ਰੁੱਤ ਬਰਸ ਸੁਹੇਲੀਆ, ਸਾਵਣ ਭਾਦਵੇ ਆਨੰਦ ਜੀਓ।
ਜਿਸ ਤਰ੍ਹਾਂ ਸਾਉਣ ਤੇ ਭਾਦਰੋਂ ਦੇ ਮਹੀਨੇ ਦੇ ਅੰਦਰ ਵਰਖਾ ਹੁੰਦੀ ਹੈ, ਸੁਹੇਲੀਆ ਦਾ ਅਰਥ ਹੈ ਵੀ ਸੁੱਖ ਮਿਲਦਾ ਹੈ। ਤਪਸ਼ ਦੇ ਵਿੱਚ ਵਰਖਾ ਹੋਵੇ ਤੇ ਫਿਰ ਬੜਾ ਸੁੱਖ ਮਿਲਦਾ ਹੈ, ਸਾਧ ਸੰਗਤ ਮਨ ਨੂੰ ਆਨੰਦ ਆਉਂਦਾ ਹੈ। ਇਸੇ ਤਰ੍ਹਾਂ ਅੱਗੇ ਸੁਣੀਏ। ਘਣ ਉਣਵ ਉੱਠੇ ਜਲ ਥਲ ਪੂਰਿਆ ਮਕਰੰਦ ਜੀਓ। ਬੱਦਲ ਨੀਵਾਂ ਹੋ ਕੇ ਸਾਧ ਸੰਗਤ ਫਿਰ ਵਰਖਾ ਕਰਦਾ ਹੈ, ਬੱਦਲ ਨੀਵਾਂ ਹੋ ਕੇ ਵਰਦਾ ਹੈ ਤੇ ਸਾਰੇ ਥਾਵਾਂ ਦੇ ਉੱਤੇ ਐ ਜਲ ਥਲ ਹੋ ਜਾਂਦੀ ਹੈ, ਇਕਸਾਰ ਦਿਸਦਾ ਹੈ ਤੇ ਧਰਤੀ ਦੀ ਬਨਾਸਪਤੀ ਇਹਦੇ ਵਿੱਚ ਰਸ ਪੈਦਾ ਹੋ ਜਾਂਦਾ ਹੈ। ਗੁੱਟੇ ਦੇ ਫੁੱਲ 'ਚ ਆਪਣਾ ਰਸ ਹੈ, ਗੁਲਾਬ ਦੇ ਫੁੱਲ ਵਿੱਚ ਆਪਣਾ ਰਸ ਹੈ। ਸਾਰੀ ਧਰਤੀ ਮਕਰੰਦ ਨਾਲ, ਖੇੜੇ ਨਾਲ ਤੇ ਰਸ ਨਾਲ ਭਰ ਜਾਂਦੀ ਹੈ। ਤੇ ਜੇ ਸਾਧ ਸੰਗਤ ਮੀਂਹ ਪਵੇ ਨਾ, ਜਲ ਦਾ ਪ੍ਰਬੰਧ ਕੋਈ ਨਾ ਹੋਵੇ ਤੇ ਫਿਰ ਪਤਾ ਦੂਜਾ ਪਾਸਾ ਕੀ ਹੈ ਇਹਦਾ? ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ। ਜੇ ਬੰਦਾ, ਆਪਾਂ ਕਿਸਾਨ ਵੀਰ ਵੇਖਦੇ ਆ ਨਾ, ਆਪਣੀ ਫਸਲ ਤੋਂ ਪਹਿਲਾਂ ਹੀ ਆੜਤੀ ਕੋ ਜਾ ਕੇ ਅਸੀਂ ਕਹਿੰਦੇ ਆ ਵੀ ਮੇਰੀ ਹਾੜੀ ਆਉਣ ਵਾਲੀ ਹੈ, ਸੌਣੀ ਆਉਣ ਵਾਲੀ ਹੈ, ਮੈਨੂੰ ਤੂੰ ਪੈਸੇ ਦੇ ਦੇ। ਅਗਲਾ ਕਹਿੰਦਾ ਠੀਕ ਆ। ਤੇ ਜੇ ਅਗਲੇ ਨੂੰ ਪਤਾ ਲੱਗੇ ਵੀ ਪੈਲੀ ਤੇਰੇ ਕੋਲ ਹੈਗੀ ਆ ਪਰ ਪਾਣੀ ਦਾ ਪ੍ਰਬੰਧ ਕੋਈ ਨਹੀਂ ਆ, ਤੇ ਅਗਲਾ ਵੀ ਕਹੇਗਾ ਵੀ ਪਾਣੀ ਦਾ ਤੇ ਪ੍ਰਬੰਧ ਕੋਈ ਨਹੀਂ, ਫਸਲ ਕਿੱਥੋਂ ਹੋਣੀ ਆ ਤੇਰੀ। ਜਿਸ ਤਰ੍ਹਾਂ ਪਾਣੀ ਤੋਂ ਬਿਨਾ ਬਨਾਸਪਤੀ ਕਮਲਾ ਜਾਂਦੀ ਹੈ ਤੇ ਪੈਸਾ ਨਹੀਂ ਮਿਲਦਾ, ਉਪਜੇ ਨਾ ਹੀ ਦਾਮ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾ ਜੀਵਨ ਕਮਲਾ ਜਾਂਦਾ ਹੈ, ਜੀਵਨ ਦੀ ਸਫਲਤਾ ਹੀ ਨਹੀਂ ਪ੍ਰਾਪਤ ਹੁੰਦੀ ਸਾਧ ਸੰਗਤ। ਪਰ ਜਦੋਂ ਜੇਠ ਹਾੜ ਤੋਂ ਬਾਅਦ ਸਾਉਣ ਭਾਦਰੋਂ ਦਾ ਮਹੀਨਾ ਆਉਂਦਾ ਹੈ, ਇੱਕ ਸਾਰ ਵਰਖਾ ਹੁੰਦੀ ਹੈ, ਜਲ ਥਲ ਹੋ ਜਾਂਦਾ ਹੈ ਤੇ ਬਨਾਸਪਤੀ ਵਿੱਚ ਖੇੜਾ ਤੇ ਮਕਰੰਦ ਪੈਦਾ ਹੋ ਜਾਂਦੀ ਹੈ। ਪ੍ਰਭ ਪੂਰ ਰਹਿਆ ਸਰਬ ਠਾਈ, ਹਰ ਨਾਮ ਨਾਮ ਨਿਦ ਗ੍ਰਹਿ ਭਰੇ। ਇਸੇ ਤਰ੍ਹਾਂ ਸਮਝ ਆ ਜਾਂਦੀ ਕਿ ਜਿਸ ਤਰ੍ਹਾਂ ਪਾਣੀ ਇੱਕ ਸਾਰ ਸਾਰੇ ਥਾਵਾਂ ਤੇ ਖਲੋ ਜਾਂਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਸਰਬ ਵਿਆਪਕ ਹੈ ਤੇ ਨਾਮ ਦੁਆਰਾ 9 ਖਜ਼ਾਨਿਆਂ ਦੇ ਨਾਲ ਹਿਰਦਾ ਰੂਪੀ ਘਰ ਜਿਹੜਾ ਉਹ ਭਰ ਜਾਂਦਾ ਹੈ। ਸਿਮਰ ਸੁਆਮੀ ਅੰਤਰ ਜਾਮੀ, ਕੁਲ ਸਮੂਹਾ ਸਭ ਤਰੇ। ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਜੋ ਵਾਹਿਗੁਰੂ ਪ੍ਰਮਾਤਮਾ ਅੰਤਰਜਾਮੀ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹਦਾ ਸਿਮਰਨ ਕੀਤਿਆਂ ਸਾਰੀਆਂ ਕੁੱਲਾਂ ਸਮੂਹ ਜਿੰਨੇ ਜਿੰਨੇ ਵੀ ਨਾਲ ਸਿਮਰਨ ਕਰਨ ਵਾਲੇ ਦੇ ਜੁੜਦੇ ਹਨ, ਉਹ ਸਾਰੇ ਹੀ ਤਰ ਜਾਂਦੇ ਹਨ। ਪ੍ਰੈ ਰੰਗ ਜਾਗੇ ਨਹਿ ਸਿਦਰ ਲਾਗੇ, ਕਿਰਪਾਲ ਸਤ ਬਖਸ਼ਿੰਦ ਜੀਓ। ਜਿਹੜੀ ਜੀਵ ਇਸਤਰੀ ਵਾਹਿਗੁਰੂ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਸੁਚੇਤ ਹੈ, ਉਹਦੇ ਜੀਵਨ ਦੇ ਅੰਦਰ ਕੋਈ ਵੀ ਔਗਣ ਦਾ ਛੇਕ ਨਹੀਂ ਹੁੰਦਾ ਤੇ ਪ੍ਰਮਾਤਮਾ ਵਾਹਿਗੁਰੂ ਸਦਾ ਹੀ ਉਹਦੇ ਤੇ ਬਖਸ਼ਿਸ਼ ਕਰਦਾ ਹੈ। ਬਿਨਵੰਤ ਨਾਨਕ ਹਰ ਕੰਤ ਪਾਇਆ, ਸਦਾ ਮਨ ਪਾਵੰਦ ਜੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਹ ਪਾਵਨ ਬਖਸ਼ਿਸ਼ ਕਿ ਜਿਹੜਾ ਪ੍ਰਮਾਤਮਾ ਸਾਰਿਆਂ ਦੇ ਮਨ ਨੂੰ ਚੰਗਾ ਲੱਗਦਾ ਤੇ ਮੇਰੇ ਮਨ ਨੂੰ ਵੀ ਚੰਗਾ ਲੱਗਦਾ ਹੈ, ਉਹ ਕੰਤ ਪਤੀ ਪ੍ਰਮਾਤਮਾ ਵਾਹਿਗੁਰੂ ਦੀ ਮੈਂ ਪ੍ਰਾਪਤੀ ਕਰ ਲਈ ਹੈ। ਜਿਹੜਾ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਚੰਗਾ ਲੱਗਦਾ ਹੈ, ਮੇਰੇ ਮਨ ਨੂੰ ਵੀ ਚੰਗਾ ਲੱਗਦਾ ਹੈ, ਉਸ ਪਤੀ ਪ੍ਰਮਾਤਮਾ ਵਾਹਿਗੁਰੂ ਦੀ ਮੈਂ ਜੀਵ ਇਸਤਰੀ ਨੇ ਪ੍ਰਾਪਤੀ ਕਰ ਲਈ ਹੈ। ਇਹ ਸਤਿਗੁਰਾਂ ਨੇ ਲੜੀਵਾਰ ਸ਼ਬਦ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ। ਭੁੱਲ ਚੁੱਕ ਦੀ ਖਿਮਾ ਕਰਨੀ ਸਾਧ ਸੰਗਤ। ਆਪ ਸੰਗਤ ਦਾ ਧੰਨਵਾਦ। ਰੋਮ ਰੋਮ ਕਰਕੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ ਹੈ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਤਿੰਨਾਂ ਦਾ ਧੰਨਵਾਦ ਜੀ ਜਿਨ੍ਹਾਂ ਸਮਾਂ ਬਖਸ਼ਿਸ਼ ਕੀਤਾ। ਆਖਰੀ ਪੰਕਤੀਆਂ ਦੁਬਾਰਾ ਸਰਵਣ ਕਰੀਏ। ਪ੍ਰੈ ਰੰਗ ਜਾਗੇ ਨਹਿ ਸਿਦਰ ਲਾਗੇ, ਕਿਰਪਾਲ ਸਤ ਬਖਸ਼ਿੰਦ ਜੀਓ। ਬਿਨਵੰਤ ਨਾਨਕ ਹਰ ਕੰਤ ਪਾਇਆ, ਸਦਾ ਮਨ ਪਾਵੰਦ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।